ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਤੇ ਭਾਰਤ ਦੇ ਸਮੇਤ ਦੇਸ਼ ਵਿਦੇਸ਼ ਦੀਆਂ ਵੀ ਕੁਝ ਵੱਡੀਆਂ ਤੇ ਅਹਿਮ ਖਬਰਾਂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ, ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਡਾਕਟਰ ਭੀਮਿੰਦਰ ਸਿੰਘ ਜੀ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਬਹੁਤ ਸਾਰੀਆਂ ਖਬਰਾਂ ਤੇ ਆਪਾਂ ਅੱਜ ਵਿਚਾਰ ਚਰਚਾ ਕਰਾਂਗੇ, ਜਿਵੇਂ ਆਪਾਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਕਰਦੇ ਰਹਿੰਦੇ ਹਾਂ। ਹਾਲਾਂਕਿ ਮੈਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦੱਸ ਦਿੰਦਾ ਹੁੰਦਾ ਕਿਹੜੀਆਂ ਕਿਹੜੀਆਂ ਖਬਰਾਂ ਤੇ ਚਰਚਾ ਕਰਾਂਗੇ, ਤੇ ਪਰ ਅੱਜ ਜਿਹੜਾ ਥੋੜਾ ਜਿਹਾ ਚੇਂਜ ਕਰਕੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਖਬਰ ਤੇ ਵਿਸਤਾਰਪੂਰਵਕ ਆਪਾਂ ਚਰਚਾ ਕਰਨੀ ਹੈ ਉਹ ਨਵਜੋਤ ਸਿੰਘ ਸਿੱਧੂ ਵਾਲੀ ਹੈ। ਹਾਲਾਂਕਿ ਆਪਾਂ ਰਾਤ ਦੇ ਪ੍ਰੋਗਰਾਮ ਦੇ ਵਿੱਚ ਉਸ ਦੇ ਬਾਰੇ ਗੱਲਬਾਤ ਕਰ ਵੀ ਚੁੱਕੇ ਹਾਂ, ਪਰ ਮੈਂ ਚਾਹੁੰਦਾ ਕਿ ਇੱਕ ਵਾਰ ਫਿਰ ਤੋਂ ਤਫਸੀਲ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਜਿਹੜਾ ਸਮਝਾ ਦਿੱਤਾ ਜਾਵੇ। ਜਿਸ ਤਰੀਕੇ ਦੇ ਨਾਲ ਕੱਲ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਸਿੱਧੇ ਤੌਰ ਤੇ ਸੰਕੇਤ ਦਿੱਤੇ ਗਏ ਕਿ ਭਾਈ ਜ਼ਰੂਰੀ ਨਹੀਂ ਕਿ ਜਿਹੜੇ ਮੌਜੂਦਾ ਐਮਐਲਏ ਨੇ ਉਹਨਾਂ ਨੂੰ ਟਿਕਟਾਂ ਮਿਲਣ, ਮਾੜੇ ਅਕਸ ਵਾਲੇ ਐਮਐਲਏ ਦੀਆਂ ਟਿਕਟਾਂ ਕੱਟੀਆਂ ਵੀ ਜਾ ਸਕਦੀਆਂ ਨੇ। ਤੇ ਜਿਹੜਾ ਸਰਵੇ ਹੋਇਆ ਸੀ ਪ੍ਰਸ਼ਾਂਤ ਕਿਸ਼ੋਰ ਦੇ ਮੌਕੇ, ਉਹ ਸਰਵੇ ਵੀ ਕਹਿੰਦੇ ਇਹੀ ਕਹਿੰਦਾ ਸੀ ਕਿ 30 ਜਿਹੜੇ ਵਿਧਾਇਕਾਂ ਦੀਆਂ ਟਿਕਟਾਂ ਜਿਹੜੀਆਂ ਕੱਟਣੀਆਂ ਬਣਦੀਆਂ ਨੇ। ਜੇ ਕਾਂਗਰਸ ਨੇ ਦੁਬਾਰਾ ਸੱਤਾ ਦੇ ਵਿੱਚ ਆਉਣਾ ਹੈ ਤਾਂ ਉਹਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਟਿਕਟਾਂ ਦੇਣੀਆਂ ਪੈਣਗੀਆਂ। ਤਾਂ ਨਵਜੋਤ ਸਿੰਘ ਸਿੱਧੂ ਵੀ ਪਿਛਲੇ ਲੰਬੇ ਸਮੇਂ ਤੋਂ ਇਹੀ ਗੱਲਾਂ ਕਹਿੰਦੇ ਆ ਰਹੇ ਆ ਕਿ ਮਾੜੇ ਅਕਸ ਵਾਲੇ ਲੋਕਾਂ ਨੂੰ ਵਿੱਚੋਂ ਕੱਢਣਾ ਚਾਹੀਦਾ ਹੈ, ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਕਿਵੇਂ ਦੇਖਦੇ ਹੋ ਇਸ ਬਿਆਨ ਦੇ ਨਾਲ? ਪੂਰਨ ਤਰੀਕੇ ਦੇ ਨਾਲ ਤਰਥੱਲੀ ਜਿਹੜੀ ਹੈ ਮਚ ਚੁੱਕੀ ਹੈ, ਮੰਤਰੀਆਂ ਤੇ ਵਿਧਾਇਕਾਂ ਦੇ ਵਿੱਚ ਕੰਬਣੀ ਇੱਕ ਤਰੀਕੇ ਦੀ ਆਪਾਂ ਜੇ ਕਹਿ ਦਈਏ ਤਾਂ ਛਿੜ ਚੁੱਕੀ ਹੈ। ਹਰ ਨੂੰ ਫਿਕਰ ਪੈ ਗਿਆ, ਹਰੇਕ ਵਿਧਾਇਕ ਨੂੰ ਕਿਤੇ ਮੇਰੀ ਟਿਕਟ ਨਾ ਕੱਟੀ ਜਾਵੇ, ਕਿਤੇ ਮੇਰੀ ਟਿਕਟ ਨਾ ਕੱਟੀ ਜਾਵੇ। ਤਾਂ ਕਿਵੇਂ ਦੇਖਦੇ ਹੋ ਕਿ ਇਸ ਦੇ ਨਾਲ ਕਾਂਗਰਸ ਦੇ ਅੰਦਰ ਕੋਈ ਬਗਾਵਤ ਤੇ ਨਹੀਂ ਹੋ ਜਾਏਗੀ? ਸੁਖਵਿੰਦਰ ਜੀ, ਦੇਖੋ, ਜਿਹੜਾ ਕਾਂਗਰਸ ਦਾ 4.5 ਸਾਲ ਦਾ ਕਾਰਜਕਾਲ ਰਿਹਾ ਹੈ ਔਰ ਜਿਹਦੇ ਵਿੱਚ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਰਹੇ ਨੇ, ਉਹ ਜਿਹੜਾ ਕਾਰਜਕਾਲ ਰਿਹਾ ਹੈ ਉਹ ਬਹੁਤ ਹੀ ਲੋਕਾਂ ਦੇ ਲਈ, ਆਪਾਂ ਕਹਿ ਸਕਦੇ ਹਾਂ ਘੱਟੋ ਘੱਟ ਪੰਜਾਬ ਦੇ ਲੋਕਾਂ ਦੇ ਲਈ ਉਹ ਬਹੁਤ ਹੀ ਮਾੜਾ ਔਰ ਅੱਜ ਤੱਕ ਦਾ ਇਤਿਹਾਸ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਰਹੇ ਹਾਂ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਕਿ ਪੰਜਾਬ ਦਾ ਮੁੱਖ ਮੰਤਰੀ ਆਪਣੇ 4.5 ਸਾਲ ਦੇ ਕਾਰਜਕਾਲ ਦੇ ਦੌਰਾਨ ਕਦੇ ਵੀ 4 ਵਾਰੀ ਉਹ ਪੰਜਾਬ ਦੇ ਲੋਕਾਂ ਦੇ ਵਿੱਚ ਨਾ ਗਿਆ ਹੋਵੇ। ਸੋ ਕਹਿਣ ਦਾ ਮੇਰਾ ਮਤਲਬ ਇਹੀ ਹੈ, ਐਗਜ਼ਾਮਪਲ ਦੇਣ ਦਾ, ਕਿ ਕੈਪਟਨ ਸਾਹਿਬ ਦਾ ਜਿਹੜਾ ਕਾਰਜਕਾਲ ਸੀਗਾ ਉਹ ਨਾ ਤਾਂ ਆਪ ਪੰਜਾਬ ਦੇ ਵਿੱਚ ਵੜਦੇ ਸੀਗੇ, ਨਾ ਹੀ ਉਹਨਾਂ ਦੇ ਜਿਹੜੇ ਖਾਸਮ ਖਾਸ ਲੋਕ ਸੀਗੇ ਜਿਹੜੇ ਉਹਨਾਂ ਦੇ ਨੇੜੇ ਸੀਗੇ, ਨਾ ਹੀ ਉਹ ਉਸ ਕਿਸਮ ਦਾ ਪੰਜਾਬ ਦੇ ਲੋਕਾਂ ਦੇ ਨਾਲ, ਪੰਜਾਬ ਦੇ ਗਰੀਬਾਂ ਦੇ ਨਾਲ, ਪੰਜਾਬ ਦੇ ਦਲਿਤਾਂ ਦੇ ਨਾਲ, ਪੰਜਾਬ ਦੇ ਕਿਸਾਨਾਂ ਦੇ ਨਾਲ, ਪੰਜਾਬ ਦੇ ਨੌਜਵਾਨਾਂ ਦੇ ਨਾਲ ਉਹਨਾਂ ਦਾ ਲਗਾਓ ਸੀਗਾ। ਸੋ ਇਹੀ ਕਾਰਨ ਸੀਗਾ ਕਿ ਪੰਜਾਬ ਦੀ ਕਾਂਗਰਸ ਦੇ ਵਿੱਚ ਬਹੁਤ ਵੱਡੀ ਤਰਥੱਲੀ ਪਈ, ਬਹੁਤ ਵੱਡੀ ਖਾਨਾ ਜੰਗੀ ਛਿੜੀ, ਬਹੁਤ ਵੱਡਾ ਕਾਟੋ ਕਲੇਸ਼ ਹੋਇਆ ਔਰ ਜਿਹਦੇ ਕਰਕੇ ਕੈਪਟਨ ਸਾਹਿਬ ਨੂੰ ਆਪਣੀ ਗੱਦੀ ਤੋਂ ਅਸਤੀਫਾ ਦੇਣਾ ਪਿਆ। ਇਸ ਇਤਿਹਾਸ ਬਾਰੇ ਆਪਾਂ ਸਾਰੇ ਜਾਣਦੇ ਹਾਂ। ਸੋ ਉਸ ਇਤਿਹਾਸ ਬਾਰੇ ਹੀ ਗੱਲ ਨਵਜੋਤ ਸਿੰਘ ਸਿੱਧੂ ਕਰਦੇ ਨਜ਼ਰ ਆ ਰਹੇ ਨੇ ਔਰ ਉਹਨਾਂ ਦਾ ਮਕਸਦ ਇਹੀ ਸੀ ਕਹਿਣ ਦਾ ਕਿ ਹੁਣ ਇਹ ਨਹੀਂ ਹੈ ਕਿ ਤੁਸੀਂ ਪੈਰਾਸ਼ੂਟ ਵਾਂਗ ਉੱਤੋਂ ਤੁਹਾਨੂੰ ਕੋਈ ਟਿਕਟਾਂ ਲੈ ਕੇ ਤੁਸੀਂ ਆ ਜਾਓਗੇ। ਹੁਣ ਤੁਹਾਡੀ ਪਰਫਾਰਮੈਂਸ ਦੇਖੀ ਜਾਏਗੀ। ਹੁਣ ਸਿਰਫ ਤੇ ਸਿਰਫ ਜਿਹੜੀ ਹੈਗੀ ਹੈ ਵਿਨਿੰਗ ਵਿਜ਼ਿਬਿਲਿਟੀ ਦੇਖੀ ਜਾਏਗੀ, ਯਾਨੀ ਕਿ ਤੁਸੀਂ ਸੀਟ ਕੱਢ ਸਕਦੇ ਹੋ ਜਾਂ ਨਹੀਂ ਕੱਢ ਸਕਦੇ, ਇਸ ਗੱਲ ਨੂੰ ਦੇਖਿਆ ਜਾਏਗਾ। ਇਹਦਾ ਮਤਲਬ ਇਹੀ ਹੈ ਕਿ ਜੇਕਰ ਤੁਸੀਂ 5 ਸਾਲ ਕੰਮ ਕੀਤਾ ਹੈ, ਲੋਕਾਂ ਦੇ ਵਿੱਚ ਗਏ ਹੋ, ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੰਜਾਬ ਦੇ ਉੱਤੇ ਜਿਹੜਾ ਹੈਗਾ ਕੁਝ ਜਿਹੜੇ ਵੀ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਫਿਰ ਤਾਂ ਤੁਹਾਡਾ ਜਿਹੜਾ ਹੈਗਾ ਤੁਹਾਡੀ ਵਾਰੀ ਆ ਸਕਦੀ ਹੈ ਟਿਕਟ ਦੀ, ਤੁਸੀਂ ਉਮੀਦਵਾਰ ਬਣ ਸਕਦੇ ਹੋ। ਜੇਕਰ ਤੁਸੀਂ ਕੈਪਟਨ ਸਾਹਿਬ ਵਾਂਗ ਕੁਝ ਨਹੀਂ ਕੀਤਾ, ਸਿਰਫ ਤੇ ਸਿਰਫ ਟਿਕਟਾਂ ਲਈਆਂ ਨੇ ਔਰ ਜਿੱਤ ਕੇ ਘਰਾਂ 'ਚ ਬੈਠ ਕੇ, ਫਿਰ ਤੁਹਾਡੀ ਜਿਹੜੀ ਹੈਗੀ ਆ ਤੁਹਾਨੂੰ ਟਿਕਟ ਮਿਲਦੀਆਂ ਕੋਈ ਸੰਭਾਵਨਾਵਾਂ ਨਹੀਂ ਨਜ਼ਰ ਆ ਸਕਦੀਆਂ, ਕਿਉਂਕਿ ਉਹਨਾਂ ਨੇ ਕਿਹਾ ਕਿ ਇਹਦੇ ਲਈ ਅਸੀਂ ਸਰਵੇ ਵੀ ਕਰਵਾਵਾਂਗੇ। ਪਹਿਲਾਂ ਵੀ ਸਰਵੇ ਕਰਵਾਏ ਗਏ ਨੇ, ਹੋਰ ਵੀ ਸਰਵੇ ਹੋਣਗੇ। ਸੋ ਇਸ ਕਰਕੇ ਆਖਰ ਦੇ ਵਿੱਚ ਸਭ ਤੋਂ ਟਿਕਟਾਂ ਦੀ ਅਨਾਉਂਸਮੈਂਟ ਹੋਏਗੀ ਔਰ ਉਹੀ ਲੋਕਾਂ ਨੂੰ ਟਿਕਟਾਂ ਮਿਲਣਗੀਆਂ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਆ, ਪੰਜਾਬ ਦੇ ਮਸਲਿਆਂ ਦੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਖਾਸ ਤੌਰ ਤੇ ਜਿਨ੍ਹਾਂ ਨੂੰ ਲੱਗੂਗਾ ਕਿ ਇਹ ਲੋਕ ਜਿਹੜੇ ਨੇ ਪੰਜਾਬ ਦੇ ਵਿੱਚੋਂ ਆਪਣੀਆਂ ਸੀਟਾਂ ਕੱਢ ਸਕਦੇ ਨੇ, ਆਪਣੇ ਉਮੀਦਵਾਰ ਦੇ ਤੌਰ ਤੇ ਜੇਤੂ ਹੋ ਸਕਦੇ ਨੇ, ਫਿਰ ਤਾਂ ਉਹਨਾਂ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਨੇ। ਜੇਕਰ ਇਹ ਨਹੀਂ ਹੁੰਦਾ, ਜੇਕਰ ਆਪਾਂ ਨੂੰ ਪਤਾ ਹੈ ਕਿ ਜੇਕਰ ਕੈਪਟਨ ਸਾਹਿਬ ਵਾਲਾ ਕਾਰਜਸ਼ੈਲੀ ਰਹੀ ਹੈ
ਔਰ ਕੈਪਟਨ ਸਾਹਿਬ ਦੀ ਕਾਰਜਸ਼ੈਲੀ ਦੇ ਦੌਰਾਨ ਬਹੁਤ ਸਾਰੇ ਮਿਨਿਸਟਰਾਂ ਦੇ ਉੱਤੇ ਵੀ ਦੋਸ਼ ਲੱਗਦੇ ਰਹੇ ਨੇ, ਬਹੁਤ ਸਾਰੇ ਉਹਨਾਂ ਦੇ ਜਿਹੜੇ ਖਾਸਮ ਖਾਸ ਨੇ ਉਹਨਾਂ ਦੇ ਉੱਤੇ ਵੀ ਦੋਸ਼ ਲੱਗਦੇ ਰਹੇ ਨੇ ਕਿ ਇਹ ਕੁਝ ਨਹੀਂ ਕਰਦੇ। ਸੋ ਇਸ ਕਰਕੇ ਉਮੀਦ ਕਰਨੀ ਬਣਦੀ ਆ ਕਿ ਇਦਾਂ ਦੇ ਲੋਕਾਂ ਨੂੰ ਸ਼ਾਇਦ ਟਿਕਟਾਂ ਨਾ ਦਿੱਤੀਆਂ ਜਾਣ। ਸੋ ਇਸ਼ਾਰਾ ਨਵਜੋਤ ਸਿੰਘ ਸਿੱਧੂ ਦਾ ਉਸੇ ਵੱਲ ਹੈ ਟਿਕਟਾਂ ਦਾ ਉਹੀ ਤਾਂ ਗੱਲ ਹੈ ਡਾਕਟਰ ਸਾਹਿਬ, ਜੇ ਟਿਕਟਾਂ ਨਹੀਂ ਜੀ। ਦਿੱਤੀਆਂ ਜਾਂਦੀਆਂ ਲੱਗਦਾ ਹੈ ਕਿ ਬਗਾਵਤ ਹੋ ਸਕਦੀ ਹੈ, ਕਿਉਂਕਿ ਅਜਿਹੇ ਮੌਕੇ ਨੂੰ ਹੀ ਕੈਸ਼ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਵੀ ਬੈਠੇ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਤਾ ਹੈ ਕਿ ਇਹ ਗੱਲਾਂ ਹੋਣੀਆਂ ਹੀ ਨੇ, ਤੇ ਫਿਰ ਜੇ ਵਾਕਈ ਇਹ ਗੱਲਾਂ ਹੋ ਗਈਆਂ ਤਾਂ ਮੈਂ ਉਹੀ ਤੁਹਾਨੂੰ ਪੁੱਛ ਰਿਹਾ ਸੀ ਕਿ ਕਾਂਗਰਸ ਦੇ ਅੰਦਰ ਬਗਾਵਤ ਵੀ ਹੋ ਸਕਦੀ ਹੈ। ਸੁਖਵਿੰਦਰ ਜੀ, ਜਦੋਂ ਵੀ ਟਿਕਟਾਂ ਵੱਡੀਆਂ ਜਾਂਦੀਆਂ ਨੇ ਔਰ ਉਹਦੇ ਵਿੱਚ ਚਾਹੇ ਛੋਟੀ ਪਾਰਟੀ ਹੈ, ਚਾਹੇ ਵੱਡੀ ਪਾਰਟੀ ਹੈ, ਚਾਹੇ ਸੱਤਾ 'ਚ ਹੈ, ਚਾਹੇ ਗੈਰ ਸੱਤਾ 'ਚ ਹੈ, ਚਾਹੇ ਵਿਰੋਧੀ ਧਿਰ 'ਚ ਹੈ, ਉਸ ਪਾਰਟੀ ਦੇ ਵਿੱਚ ਬਗਾਵਤਾਂ ਹੋਣੀਆਂ ਹੀ ਹੋਣੀਆਂ ਹੁੰਦੀਆਂ ਨੇ। ਇਹ ਗੱਲ ਪੱਥਰ ਤੇ ਲਕੀਰ ਹੈ। ਤੁਸੀਂ ਆਮ ਆਦਮੀ ਪਾਰਟੀ ਨੇ ਟਿਕਟਾਂ ਵੰਡਣ ਦੀ ਕੋਸ਼ਿਸ਼ ਕੀਤੀ, ਨਾਲ ਦੀ ਨਾਲ 2 ਵਿਧਾਇਕ ਉਹਨਾਂ ਦੇ ਬਗਾਵਤ ਕਰ ਗਏ। ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੇ ਟਿਕਟਾਂ ਵੰਡਣ ਦੀ ਕੋਸ਼ਿਸ਼ ਕੀਤੀ, ਉੱਥੋਂ ਵੀ ਵੱਖ-ਵੱਖ ਜਿਹੜੇ ਨੇ ਉਮੀਦਵਾਰ ਬਗਾਵਤਾਂ ਕਰ ਰਹੇ ਨੇ, ਅੱਜ ਵੀ ਬਗਾਵਤਾਂ ਕਰ ਰਹੇ ਨੇ, ਬਸਪਾ ਵਾਲੇ ਬਗਾਵਤਾਂ ਕਰ ਰਹੇ ਨੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਲਾਜ਼ਮੀ ਤੌਰ ਤੇ ਕਾਂਗਰਸ ਦੇ ਵਿੱਚ ਬਗਾਵਤ ਤਾਂ ਹੋਣੀ ਹੀ ਹੋਣੀ ਹੈ। ਸੋ ਇਸ ਕਰਕੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਬਗਾਵਤ ਦਾ 22 ਦੀਆਂ ਚੋਣਾਂ ਦੇ ਉੱਤੇ ਅਸਰ ਪਏਗਾ। ਜੇਕਰ ਚੰਗੇ ਬੰਦੇ ਅੱਗੇ ਲਿਆਂਦੇ ਜਾਣਗੇ, ਜੇਕਰ ਇਮਾਨਦਾਰ ਬੰਦੇ ਅੱਗੇ ਲਿਆਂਦੇ ਜਾਣਗੇ, ਔਰ ਜੇਕਰ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਵਾਲੇ ਉਮੀਦਵਾਰ ਕਾਂਗਰਸ ਵੱਲੋਂ ਅੱਗੇ ਲਿਆਂਦੇ ਜਾਣਗੇ, ਤਾਂ ਇਸ ਬਗਾਵਤ ਦਾ ਕੋਈ ਬਹੁਤਾ ਅਸਰ ਪੈਂਦਾ ਨਜ਼ਰ ਨਹੀਂ ਆਏਗਾ। ਪਰ ਜੇਕਰ ਇਹਨਾਂ ਦੀ ਥਾਂ ਦੇ ਉੱਤੇ ਜਿਹੜੇ ਤੁਸੀਂ ਉਮੀਦਵਾਰਾਂ ਨੂੰ ਟਿਕਟਾਂ ਨਹੀਂ ਦੇਵੋਗੇ, ਉਹਨਾਂ ਦੀਆਂ ਟਿਕਟਾਂ ਕੱਟੋਗੇ ਔਰ ਉਹਨਾਂ ਦੀ ਜਗ੍ਹਾ ਉਸੇ ਤਰ੍ਹਾਂ ਦੇ ਉਮੀਦਵਾਰ ਲੈ ਕੇ ਆਓਗੇ, ਫਿਰ ਜਿਹੜਾ ਹੈਗਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ। ਸੋ ਹੁਣ ਡਿਪੈਂਡ ਕਰੇਗਾ ਕਿ ਜਿਹੜੇ ਉਮੀਦਵਾਰਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਨੇ ਜਾਂ ਕੱਟੀਆਂ ਜਾਣਗੀਆਂ, ਉਹਨਾਂ ਦੀ ਥਾਂ ਦੇ ਉੱਤੇ ਜਿਸ ਤਰ੍ਹਾਂ ਦੇ ਹੋਰ ਉਹਨਾਂ ਦਾ ਬਦਲ ਪੇਸ਼ ਕੀਤਾ ਜਾਏਗਾ, ਕੀ ਉਹ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਸਮਝਣ ਵਾਲੇ ਲੋਕ ਨੇ, ਕੀ ਉਹ ਪੰਜਾਬ ਦੇ ਲੋਕਾਂ ਦੇ ਨਾਲ ਜੁੜੇ ਹੋਏ ਲੋਕ ਨੇ, ਕੀ ਉਹ ਪੰਜਾਬ ਦੀ ਕਿਸਾਨੀ, ਜਵਾਨੀ, ਮਜ਼ਦੂਰਾਂ ਦੇ ਨਾਲ, ਦਲਿਤਾਂ ਦੇ ਨਾਲ, ਗਰੀਬਾਂ ਦੇ ਨਾਲ ਜੁੜੇ ਹੋਏ ਲੋਕ ਨੇ। ਜੇ ਤਾਂ ਉਹਨਾਂ ਦਾ ਇਹ ਰਿਕਾਰਡ ਹੋਏਗਾ, ਫਿਰ ਤਾਂ ਲਾਜ਼ਮੀ ਤੌਰ ਤੇ ਉਹਨਾਂ ਦੀ ਟਿਕਟ ਦਾ ਫਾਇਦਾ ਹੋ ਸਕਦਾ ਹੈ ਕਾਂਗਰਸ ਨੂੰ। ਜੇਕਰ ਉਹਨਾਂ ਦੀ ਥਾਵੇਂ ਉਸੇ ਤਰ੍ਹਾਂ ਦੇ ਲੋਕ ਤੁਸੀਂ ਲਿਆਓਗੇ ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ। ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਟੋ ਕਲੇਸ਼ ਵੀ ਵਧੇਗਾ ਔਰ ਆਪਾ ਧਾਪੀ ਵੀ ਵਧੇਗੀ, ਔਰ ਇਹੀ ਲੋਕ ਜਿਹੜੇ ਨੇ ਗੱਲਾਂ ਕਰਦੇ ਨੇ ਕਿ ਅੱਜ ਅਸੀਂ ਜਿਹੜੇ ਇਹ ਕਹਿ ਰਹੇ ਨੇ ਕਿ ਅਸੀਂ ਹੋ ਸਕਦਾ ਹੈ ਕਿ ਕੈਪਟਨ ਸਾਹਿਬ ਦੇ ਨਾਲ ਚਲੇ ਜਾਈਏ, ਜੇਕਰ ਉਹ ਜਾਣਗੇ ਤਾਂ ਇਹਦੇ ਨਾਲ ਹੋ ਸਕਦਾ ਹੈ ਕਿ ਫਿਰ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਸਕਦੀਆਂ ਨੇ। ਸੋ ਫਿਲਹਾਲ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਦੀ ਰਹਿਨੁਮਾਈ ਦੇ ਵਿੱਚ ਚੁਣੇ ਜਾਂਦੇ ਨੇ। ਜੇਕਰ ਜਿਵੇਂ ਉਹ ਕਹਿ ਰਹੇ ਨੇ ਨਵਜੋਤ ਸਿੰਘ ਸਿੱਧੂ ਕਿ ਮੈਂ ਚੰਗੇ ਉਮੀਦਵਾਰ ਲੈ ਕੇ ਆਉਂਗਾ, ਇਮਾਨਦਾਰ ਉਮੀਦਵਾਰ ਲੈ ਕੇ ਆਉਂਗਾ, ਜਿੱਤਣ ਵਾਲੇ ਉਮੀਦਵਾਰ ਲੈ ਕੇ ਆਉਂਗਾ, ਫਿਰ ਸੰਭਾਵਨਾਵਾਂ ਬਹੁਤ ਘੱਟ ਨੇ, ਨਹੀਂ ਤਾਂ ਸੰਭਾਵਨਾਵਾਂ ਦੂਸਰੇ ਪਾਸੇ ਵੀ ਹੋ ਸਕਦੀਆਂ ਨੇ। ਸੁਖਵਿੰਦਰ ਜੀ, ਬਿਲਕੁਲ। ਤਾਂ ਅਗਲੀ ਖਬਰ ਦੀ ਜੇਕਰ ਆਪਾਂ ਗੱਲਬਾਤ ਕਰੀਏ, ਅਗਲੀ ਖਬਰ ਇਹ ਹੈ ਡਾਕਟਰ ਸਾਹਿਬ ਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਮੀਟਿੰਗਾਂ ਤੇ ਮੀਟਿੰਗਾਂ ਚੰਨੀ ਸਰਕਾਰ ਹੋਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀ, ਤੋਹਫੇ ਤੇ ਤੋਹਫੇ ਜਾਂ ਕੁਝ ਵੱਡੇ ਫੈਸਲੇ ਜਿਹੜੇ ਲਏ ਜਾ ਰਹੇ ਸੀ। ਕੱਲ ਇੱਕ ਫਿਰ ਤੋਂ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਵੀ ਕਹਿੰਦੇ ਕੁਝ ਵੱਡੇ ਫੈਸਲੇ ਜਿਹੜੇ ਆ ਉਹ ਲਏ ਗਏ ਆ। ਕਿਹੜੇ ਕਿਹੜੇ ਉਹ ਵੱਡੇ ਫੈਸਲੇ ਆ ਪੰਜਾਬ ਦੇ ਲੋਕਾਂ ਦੇ ਲਈ ਜਿਹੜੇ ਕੱਲ ਰਾਤ ਦੀ ਕੈਬਨਿਟ ਮੀਟਿੰਗ ਦੇ ਵਿੱਚ ਲਏ ਗਏ? ਜੀ ਸੁਖਵਿੰਦਰ ਜੀ, ਕੱਲ ਸਵੇਰੇ ਵੀ ਆਪਾਂ ਦੱਸਿਆ ਸੀਗਾ ਕਿ ਸਭ ਤੋਂ ਵੱਡਾ ਫੈਸਲਾ ਤਾਂ ਇਹੀ ਹੈ ਕਿ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਸੀਗੀਆਂ, ਖਾਸ ਤੌਰ ਤੇ ਜਿਹੜੀਆਂ ਪੰਜਾਬ ਸਰਕਾਰ ਨੌਕਰੀਆਂ ਕਰਦੀ ਹੈ ਜਾਂ ਇੱਥੋਂ ਦੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੌਕਰੀਆਂ ਕਰਦੀਆਂ ਨੇ, ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਚੈੱਕ ਨਹੀਂ ਹੈ, ਉਹ ਕਿਸੇ ਨੂੰ ਵੀ ਨੌਕਰੀ ਦੇ ਸਕਦੀਆਂ ਨੇ। ਔਰ ਇਸ ਵਾਰੀ ਇਹ ਪਹਿਲੇ ਵਾਰੀ ਹੋਇਆ ਕਿ ਹਰਿਆਣੇ ਦੀ ਤਰਜ਼ ਦੇ ਉੱਤੇ ਆਪਾਂ ਕੱਲ ਵੀ ਗੱਲ ਕੀਤੀ ਸੀਗੇ, 75% ਜਿਹੜੀਆਂ ਨੌਕਰੀਆਂ ਹੋਣਗੀਆਂ ਉਹ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਮਿਲਣਗੀਆਂ, ਚਾਹੇ ਉਹ ਸਰਕਾਰੀ ਨੌਕਰੀਆਂ ਨੇ, ਚਾਹੇ ਉਹ ਪ੍ਰਾਈਵੇਟ ਕੰਪਨੀਆਂ ਨੂੰ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਤਾਂ ਇਹ ਵੱਡਾ ਫੈਸਲਾ ਜਿਹੜਾ ਹੈਗਾ ਲਿਆ ਗਿਆ ਹੈ। ਦੂਸਰਾ ਵੱਡਾ ਫੈਸਲਾ ਹੈ ਕਿ ਜਿਹੜੀਆਂ ਸਕੂਲਾਂ ਦੇ ਵਿੱਚ ਐਜੂਕੇਸ਼ਨ ਦੇ ਨਾਲ ਸੰਬੰਧਿਤ ਹੈ, ਔਰ ਖਾਸ ਤੌਰ ਤੇ ਜਿਹੜੀਆਂ ਦਲਿਤ ਪਰਿਵਾਰਾਂ ਦੇ ਬੱਚਿਆਂ ਨੂੰ ਮੁਫਤ ਪੁਸਤਕਾਂ ਜਾਂ ਮੁਫਤ ਵਰਦੀਆਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦੀ ਥਾਂ ਤੇ ਹੁਣ ਜਿਹੜੇ ਆਰਥਿਕ ਤੌਰ ਤੇ ਗਰੀਬ ਪਰਿਵਾਰ ਨੇ, ਚਾਹੇ ਉਹ ਕਿਸਾਨੀ ਦੇ ਨਾਲ ਜੁੜੇ ਹੋਏ ਨੇ, ਚਾਹੇ ਜਨਰਲ ਕੈਟਾਗਰੀ ਦੇ ਨਾਲ ਜੁੜੇ ਪਰਿਵਾਰ ਨੇ, ਉਹਨਾਂ ਨੂੰ ਵੀ ਉਸੇ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਏਗੀ ਜਿਸ ਤਰ੍ਹਾਂ ਦੀ ਦਲਿਤ ਪਰਿਵਾਰਾਂ ਦੇ ਬੱਚਿਆਂ ਨੂੰ ਜਾਂ ਹੋਰ ਜਿਹੜੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹਦੇ ਵਿੱਚ ਵੀ ਵੱਡਾ ਬਦਲਾਅ ਕੀਤਾ ਹੈ। ਇਸੇ ਤਰ੍ਹਾਂ
ਕੁਝ ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਚੇਅਰਾਂ ਸਥਾਪਿਤ ਕਰਨੀਆਂ ਨੇ ਉਹਨਾਂ ਦੇ ਬਾਰੇ ਵੀ ਜਿਹੜੀ ਹੈਗੀ ਹੈ ਕੱਲ ਮਤੇ ਪਾਸ ਹੋਏ ਨੇ ਜਾਂ ਕਾਨੂੰਨ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਦੋਂ ਅਸੀਂ ਚੇਅਰਾਂ ਦੀ ਗੱਲ ਕਰਦੇ ਹਾਂ ਤਾਂ ਲਾਜ਼ਮੀ ਤੌਰ ਤੇ ਸਰਕਾਰਾਂ ਨੂੰ ਇਹ ਸੋਚਣਾ ਪਏਗਾ। ਔਰ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਚੰਨੀ ਸਰਕਾਰ ਦੀਆਂ ਜਿਹੜੀਆਂ ਉਹਨਾਂ ਨੇ ਕਿਹਾ ਕਿ ਅਸੀਂ ਆਹ ਸਹੂਲਤਾਂ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ, ਉਹ ਸਹੂਲਤਾਂ ਜ਼ਮੀਨੀ ਪੱਧਰ ਤੇ ਹਜੇ ਤੱਕ ਨਜ਼ਰ ਨਹੀਂ ਆ ਰਹੀਆਂ। ਔਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਦੇਖਿਆ ਹੈ ਜਦੋਂ ਕਰਮਚਾਰੀਆਂ ਨੂੰ ਜਿਨ੍ਹਾਂ ਨੂੰ ਕਿਹਾ ਗਿਆ ਸੀ ਅਸੀਂ ਤੁਹਾਨੂੰ ਪੱਕੇ ਕਰਾਂਗੇ, ਕੱਚਿਆਂ ਨੂੰ ਕਿਹਾ ਗਿਆ ਸੀਗਾ, ਉਹ ਹਜੇ ਤੱਕ ਪੱਕੇ ਹੁੰਦੇ ਨਜ਼ਰ ਨਹੀਂ ਆ ਰਹੇ। ਇਸੇ ਤਰ੍ਹਾਂ ਰੇਤ ਮਾਫੀਏ ਨੂੰ ਕਿਹਾ ਗਿਆ ਸੀਗਾ ਕਿ 5.5 ਰੁਪਏ ਪਰ ਫੁੱਟ ਤੁਹਾਨੂੰ ਜਿਹੜੀ ਹੈਗੀ ਰੇਤ ਚੁਕਾਈ ਜਾਏਗੀ, ਉਹਦਾ ਰੇਟ ਵੀ ਹਜੇ ਬਹੁਤਾ ਘਟਿਆ ਨਜ਼ਰ ਨਹੀਂ ਆ ਰਿਹਾ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਇਦਾਂ ਦੀਆਂ ਦੂਜੇ ਪਾਸੇ ਬਿੱਲਾਂ ਨੂੰ ਵੀ ਲੈ ਕੇ ਰੌਲਾ ਪੈ ਰਿਹਾ ਹੈ। ਜਿਹੜੇ ਬਿਜਲੀ ਦੇ ਬਿੱਲ ਕਹਿੰਦੇ ਸੀਗੇ ਕਿ ਰੇਟ ਘਟ ਕੇ ਆਏਗਾ, ਉਸ ਦੇ ਵਿੱਚ ਵੀ ਜਿਹੜੇ ਰੇਟ ਵੱਧ ਕੇ ਆ ਰਹੇ ਨੇ। ਬਹੁਤ ਸਾਰੇ ਲੋਕਾਂ ਦੇ ਵੱਲੋਂ ਫੋਟੋਆਂ ਵਾਇਰਲ ਕੀਤੀਆਂ ਜਾ ਰਹੀਆਂ ਨੇ, ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਵਾਇਰਲ ਕੀਤੀਆਂ ਜਾ ਰਹੀਆਂ ਨੇ, ਕਈ ਚੈਨਲਾਂ ਦੇ ਵਿੱਚ, ਕਈ ਅਖਬਾਰਾਂ ਦੇ ਵਿੱਚ ਖਬਰਾਂ ਵੀ ਇਸ ਸੰਬੰਧੀ ਲੱਗੀਆਂ ਨੇ ਕਿ ਬਿੱਲ ਦੀ ਕਹੀ ਤਾਂ ਗਈ ਹੈ ਕਿ ਰੇਟ ਘਟ ਕੇ ਆਉਣਗੇ ਯੂਨਿਟਾਂ ਦੇ, ਪਰ ਆ ਨਹੀਂ ਰਹੇ ਹਲੇ ਤੱਕ ਜੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਪੰਜਾਬ ਦੇ ਲੋਕ ਇਹ ਨਾ ਸੋਚਣ ਕਿ ਜੋ ਚੰਨੀ ਸਾਹਿਬ ਕਹਿੰਦੇ ਨੇ ਜਾਂ ਉਹਨਾਂ ਦੀ ਕੈਬਨਿਟ ਕਹਿੰਦੀ ਹੈ ਕਿ ਅਸੀਂ ਇਹ ਫੈਸਲੇ ਕਰ ਰਹੇ ਹਾਂ, ਗੱਲ ਇਹ ਵੀ ਕੀ ਉਹ ਮੈਦਾਨੀ ਪੱਧਰ ਤੇ ਜ਼ਮੀਨੀ ਪੱਧਰ ਤੇ ਲਾਗੂ ਹੁੰਦੇ ਆ ਜਾਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਦਾ ਕੋਈ ਫਾਇਦਾ ਹੁੰਦਾ ਹੈ। ਚਾਹੇ ਉਹ ਬਿਜਲੀ ਦੇ ਬਿੱਲਾਂ ਦੀ ਗੱਲ ਹੋਵੇ, ਚਾਹੇ ਉਹ ਰੇਤਾ ਬਾਜਰੀ ਦੀ ਗੱਲ ਹੋਵੇ, ਚਾਹੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਵਰਦੀਆਂ ਵੰਡਣ ਦੀ ਗੱਲ ਹੋਵੇ, ਚਾਹੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ। ਯਾਨੀ ਕਿ ਮੇਰਾ ਕਹਿਣ ਦਾ ਮਤਲਬ ਹੈ ਕਿ ਸਿਰਫ ਪੰਜਾਬ ਦੇ ਲੋਕ ਜਿਹੜੇ ਨੇ ਇਹ ਨਾ ਦੇਖਣ ਕਿ ਚੰਨੀ ਸਾਹਿਬ ਦੀ ਕੈਬਨਿਟ ਜਿਹੜੀ ਹੈਗੀ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਕਰ ਰਹੀ ਹੈ। ਸਵਾਲ ਤਾਂ ਅਖੀਰ ਨੂੰ ਆ ਕੇ ਉੱਥੇ ਹੀ ਮੁੱਕਣਾ ਹੈ ਕਿ ਕੀ ਪੰਜਾਬ ਦੇ ਆਮ ਲੋਕਾਂ ਨੂੰ, ਗਰੀਬਾਂ ਨੂੰ, ਦਲਿਤਾਂ ਨੂੰ ਜਾਂ ਹੋਰ ਜਿਹੜੇ ਕਿਸਾਨ ਨੇ ਜਾਂ ਹੋਰ ਵਪਾਰੀ ਨੇ ਛੋਟੇ, ਉਹਨਾਂ ਨੂੰ ਫਾਇਦਾ ਹੁੰਦਾ ਹੈ ਜਾਂ ਨਹੀਂ ਹੁੰਦਾ। ਫਿਲਹਾਲ ਹਜੇ ਤੱਕ ਆਪਾਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉੱਥੋਂ ਇਹੀ ਲੱਗਦਾ ਹੈ ਕਿ ਹਜੇ ਤੱਕ ਜਿਹੜੇ ਵੀ ਫੈਸਲੇ ਹੁਣ ਤੱਕ ਪਿਛਲੇ ਦਿਨਾਂ ਦੇ ਵਿੱਚ ਲਏ ਗਏ ਨੇ ਉਹ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਹੁੰਦੇ ਨਜ਼ਰ ਨਹੀਂ ਆ ਰਹੇ। ਇਸ ਕਰਕੇ ਲੋਕ ਉਸੇ ਤਰ੍ਹਾਂ ਹੀ ਤੰਗ ਨੇ। ਹਾਂ, ਇੱਕ ਫਾਇਦਾ ਜ਼ਰੂਰ ਹੋਇਆ ਹੈ ਜਾਂ ਹੋਰ ਵੀ ਕਈ ਫਾਇਦੇ ਹੋਏ ਨੇ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਪੈਟਰੋਲ ਔਰ ਡੀਜ਼ਲ ਦੀਆਂ ਕੀਮਤਾਂ ਜ਼ਰੂਰ ਘਟੀਆਂ ਨੇ, ਉਹਨਾਂ ਦੇ ਨਾਲ ਆਮ ਲੋਕਾਂ ਨੂੰ ਰਿਲੈਕਸ ਜਿਹੜਾ ਹੈਗਾ ਰਿਲੀਫ ਮਿਲਦਾ ਜ਼ਰੂਰ ਨਜ਼ਰ ਆਇਆ ਹੈ। ਸੋ ਇਹ ਆਪਾਂ ਕੁਝ ਗੱਲਾਂ ਜਿਹੜੀਆਂ ਨੇ ਚੰਨੀ ਸਾਹਿਬ ਨੇ ਜਿਹੜੀਆਂ 10 ਰੁਪਏ ਪੈਟਰੋਲ ਔਰ ਡੀਜ਼ਲ 5 ਰੁਪਏ ਜਿਹੜਾ ਹੈਗਾ ਘਟਾਉਣ ਦੀ ਜਿਹੜੀ ਇੱਕ ਕੋਸ਼ਿਸ਼ ਕੀਤੀ ਸੀ, ਉਹਦੇ ਨਾਲ ਜ਼ਰੂਰ ਜਿਹੜਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਪਰ ਜਿਹੜੀਆਂ ਹੋਰ ਗੱਲਾਂ ਨੇ, ਹੋਰ ਵੀ ਮੈਨੂੰ ਲੱਗਦਾ ਹੈ ਕਿ ਚੰਨੀ ਸਾਹਿਬ ਤਾਂ ਹੀ ਅਕਾਲੀ ਦਲ ਨੇ ਹਲੇ ਤੱਕ ਜਿਹੜਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਐਲਾਨ ਮੁੱਖ ਮੰਤਰੀ ਜਾਂ ਫੋਟੋ ਮੁੱਖ ਮੰਤਰੀ ਰੱਖਿਆ ਕਿ ਭਾਈ ਠੀਕ ਆ, ਫੋਟੋ ਖਿਚਾਈ, ਐਲਾਨ ਕੀਤਾ, ਫਿਰ ਕੰਮ ਖਤਮ। ਤੇ ਉਹ ਜਿਹੜੇ ਐਲਾਨ ਕੀਤੇ ਹੁੰਦੇ ਨੇ ਕਦੇ ਅਮਲ ਰੂਪ ਦੇ ਵਿੱਚ ਨਹੀਂ ਆਉਂਦੇ, ਤਾਂ ਫਿਰ ਇਸੇ ਕਰਕੇ ਹੀ ਐਲਾਨ ਮੁੱਖ ਮੰਤਰੀ ਤੇ ਫੋਟੋ ਮੁੱਖ ਮੰਤਰੀ ਦਾ ਨਾਮ ਰੱਖਿਆ। ਬਿਲਕੁਲ, ਦੇਖੋ ਪੰਜਾਬ ਦੇ ਲੋਕਾਂ ਨੇ ਕੈਪਟਨ ਸਾਹਿਬ ਨੂੰ ਵੀ ਵੇਖਿਆ ਸੀਗਾ ਔਰ ਕੈਪਟਨ ਸਾਹਿਬ ਤਾਂ ਇਸ ਤੋਂ ਵੱਧ ਵੱਡੇ ਵੱਡੇ ਵਾਅਦੇ ਕਰਕੇ ਆਏ ਸੀ, ਦਾਅਵੇ ਕਰਕੇ ਆਏ ਸੀਗੇ ਔਰ ਉਹ ਵੀ ਪੂਰੇ ਹੁੰਦੇ ਨਜ਼ਰ ਨਹੀਂ ਸੀ ਆਏ। ਇਸੇ ਤਰ੍ਹਾਂ ਕਿਤੇ ਇਹ ਨਾ ਹੋਵੇ ਕਿ ਚੰਨੀ ਸਾਹਿਬ ਕੈਪਟਨ ਸਾਹਿਬ ਦੀ ਪੈਰ ਦੇ ਵਿੱਚ ਪੈਰ ਰੱਖਦੇ ਨਜ਼ਰ ਆਉਣ। ਸੋ ਵਿਰੋਧੀ ਧਿਰਾਂ ਜਿਹੜੀਆਂ ਨੇ ਜ਼ਰੂਰ ਇਹਦੇ ਲਈ ਆਵਾਜ਼ ਉਠਾਉਣਗੀਆਂ। ਕੱਲੀਆਂ ਮੈਂ ਇਹ ਨਹੀਂ ਕਹਿੰਦਾ ਕਿ ਵਿਰੋਧੀ ਧਿਰਾਂ ਦੇ ਲਈ ਇਹ ਕੰਮ ਕਰਨ ਦੀ ਲੋੜ ਹੈ, ਸਗੋਂ ਪੰਜਾਬ ਦੇ ਲੋਕਾਂ ਨੂੰ ਜੇ ਅਸੀਂ ਸੱਚੀ ਮੁੱਚੀ, ਜਿਵੇਂ ਨਵਜੋਤ ਸਿੰਘ ਸਿੱਧੂ ਇਹ ਗੱਲ ਕਰਦੇ ਨੇ ਲਗਾਤਾਰ ਕਿ ਪੰਜਾਬ ਮਾਡਲ ਦੀ ਗੱਲ ਹੋਣੀ ਚਾਹੀਦੀ ਹੈ, ਪੰਜਾਬ ਦੇ ਖਜ਼ਾਨੇ ਨੂੰ ਕਿਵੇਂ ਭਰਿਆ ਜਾਣਾ ਚਾਹੀਦਾ ਹੈ, ਉਹਦੇ ਬਾਰੇ ਨੀਤੀਆਂ ਬਣਨੀਆਂ ਚਾਹੀਦੀਆਂ ਨੇ। ਜੇ ਅਸੀਂ ਸੱਚੀ ਮੁੱਚੀ ਨਵਜੋਤ ਸਿੰਘ ਸਿੱਧੂ ਦੇ ਮਾਡਲ ਦੀ ਗੱਲ ਕਰਾਂਗੇ ਔਰ ਕਾਂਗਰਸ ਦੇ ਨਵੇਂ ਮਾਡਲ ਦੀ ਗੱਲ ਕਰਾਂਗੇ, 13 ਨੁਕਾਤੀ ਪ੍ਰੋਗਰਾਮ ਜਿਹੜਾ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਅਸੀਂ ਦੇਣਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ, ਜੇਕਰ ਉਹਦੀ ਗੱਲ ਹੋਏਗੀ ਤਾਂ ਲਾਜ਼ਮੀ ਤੌਰ ਤੇ ਚੰਨੀ ਸਾਹਿਬ ਨੂੰ ਖਜ਼ਾਨਾ ਭਰਨਾ ਪਏਗਾ। ਹੁਣ ਸਵਾਲ ਪੈਦਾ ਹੀ ਹੁੰਦਾ ਹੈ ਕਿ ਜਦੋਂ ਖਜ਼ਾਨਾ ਮੰਤਰੀ ਦੀ ਗੱਲ ਹੁੰਦੀ ਹੈ, ਜਦੋਂ ਪਿਛਲੇ 15 ਸਾਲ ਤੋਂ ਲਗਾਤਾਰ ਇੱਕੋ ਹੀ ਖਜ਼ਾਨਾ ਮੰਤਰੀ ਚੱਲਦੇ ਆ ਰਹੇ ਨੇ ਔਰ ਇਹਨਾਂ ਦੇ ਹੁੰਦਿਆਂ ਖਜ਼ਾਨਾ ਜਿਹੜਾ ਹੈਗਾ ਕਦੇ ਭਰਿਆ ਦਿਖਾਈ ਨਹੀਂ ਦਿੱਤਾ। ਹੁਣ ਜੇਕਰ ਤੁਹਾਡਾ ਖਜ਼ਾਨਾ ਮੰਤਰੀ ਹੀ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿ ਰਹੇ ਨੇ ਕਿ ਪਿਛਲੇ 20 ਸਾਲਾਂ ਤੋਂ ਕੋਰਾ ਲੱਗਿਆ ਕਿਸਾਨਾਂ ਨੂੰ, ਤੇ ਪਿਛਲੇ 20 ਸਾਲਾਂ ਦੇ ਵਿੱਚੋਂ 5 ਸਾਲ ਇਹ ਰਹਿ ਗਏ ਇਸ ਸਰਕਾਰ ਦੇ ਵਿੱਚ, ਤੇ ਮੇਰੇ ਖਿਆਲ 'ਚ ਇੱਕ ਵਾਰੀ ਅਕਾਲੀ ਦਲ ਦੇ ਵਿੱਚ ਵੀ ਉਹ ਰਹਿ ਗਏ ਨੇ। ਤਾਂ ਫਿਰ ਪਿਛਲੇ 15-20 ਸਾਲਾਂ ਦੇ ਵਿੱਚੋਂ ਤਾਂ ਫਿਰ ਤਕਰੀਬਨ 8-10 ਸਾਲ ਤਾਂ ਮਨਪ੍ਰੀਤ ਸਿੰਘ ਬਾਦਲ ਹੀ ਰਹੇ ਨੇ। ਤਾਂ ਫਿਰ ਨੈਤਿਕਤਾ ਦੇ ਆਧਾਰ ਤੇ ਮਨਪ੍ਰੀਤ ਬਾਦਲ ਨੂੰ ਖੁਦ ਹੀ ਛੱਡ ਦੇਣਾ ਚਾਹੀਦਾ।
ਜੀ ਮੈਂ ਇਹੀ ਗੱਲ ਕਰਦਾ ਕਿ ਚੰਨੀ ਸਾਹਿਬ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਿਹੜੇ ਖਜ਼ਾਨੇ ਖਾਲੀ ਦੀ ਗੱਲ ਕਰਦੇ ਨੇ, ਕਦੇ ਕੋਈ ਕਦੇ ਨੇ ਭਰਿਆ ਹੋਇਆ ਹੈ, ਜੇਕਰ ਇਹ ਖਜ਼ਾਨਾ ਹਜੇ ਭਰ ਨਹੀਂ ਰਿਹਾ ਤਾਂ ਇਹਦੇ ਵਿੱਚ ਕਸੂਰ ਕਿਹਦਾ ਹੈ? ਤਾਂ ਕਸੂਰ ਵੀ ਕੈਬਨਿਟ ਦਾ ਹੈ, ਚਾਹੇ ਉਹ ਕੈਪਟਨ ਸਾਹਿਬ ਵਾਲੀ ਕੈਬਨਿਟ ਹੋਵੇ, ਚਾਹੇ ਉਹ ਚੰਨੀ ਸਾਹਿਬ ਵਾਲੀ ਜਿਹੜੀ ਹੈਗੀ ਹੈ ਕੈਬਨਿਟ ਹੋਵੇ, ਚਾਹੇ ਇਸ ਤੋਂ ਪਹਿਲਾਂ ਸੁਖਵੀਰ ਬਾਦਲ ਸਾਹਿਬ ਜਿਹੜੇ ਅੱਜ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਚਾਹੇ ਉਹਨਾਂ ਨੇ ਵੀ 10 ਸਾਲ ਜਿਹੜਾ ਹੈਗਾ ਖਜ਼ਾਨਾ ਭਰਨ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਪੋਲੀਟੀਕਲ ਲੋਕ ਨੇ ਜਾਂ ਪੋਲੀਟੀਕਲ ਜਿਹੜੇ ਵੱਡੇ ਲੀਡਰ ਨੇ, ਇਹਨਾਂ ਨੂੰ ਬਜਾਏ ਇਦਾਂ ਦੀਆਂ ਨੀਤੀਆਂ ਬਣਾਉਣ ਦੇ ਕਿ ਖਜ਼ਾਨਾ ਭਰਿਆ ਕਿਵੇਂ ਜਾਵੇ, ਤਾਂ ਕਿ ਅਸੀਂ ਜਿਹੜੀਆਂ ਵੀ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਾਂ, ਚਾਹੇ ਬਿਜਲੀ ਬਿੱਲਾਂ ਨੂੰ ਮਾਫ ਕਰਨ ਦੀ ਸਹੂਲਤ ਹੋਵੇ, ਉਹਨਾਂ ਨੂੰ ਰੇਟ ਘੱਟ ਕਰਨ ਦੀ ਸਹੂਲਤ ਹੋਵੇ, ਚਾਹੇ ਰੇਤਾ ਬਾਜਰੀ ਨੂੰ ਦੇ ਰੇਟ ਘੱਟ ਕਰਨ ਦੀ ਸਹੂਲਤ ਹੋਵੇ, ਚਾਹੇ ਨੌਕਰੀਆਂ ਦੇਣ ਦੀ ਸਹੂਲਤ ਹੋਵੇ, ਯਾਨੀ ਕਿ ਕੋਈ ਵੀ ਸਹੂਲਤ ਜੇਕਰ ਤੁਸੀਂ ਦੇਣੀ ਹੈ ਤਾਂ ਤੁਹਾਡਾ ਖਜ਼ਾਨਾ ਜਿਹੜਾ ਹੈਗਾ ਉਹਦੇ ਵਿੱਚ ਜੇਕਰ ਦਾਣੇ ਨਹੀਂ ਹੈਗੇ, ਪੈਸੇ ਨਹੀਂ ਹੈਗੇ, ਆਪਾਂ ਕਹਿੰਦੇ ਹਾਂ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਇਸ ਕਰਕੇ ਆਪਾਂ ਜਦੋਂ ਹਰਿਆਣੇ ਦੀ ਗੱਲ ਕਰਦੇ ਹਾਂ, ਜਦੋਂ ਯੂਪੀ ਦੀ ਗੱਲ ਕਰਦੇ ਹਾਂ, ਜਾਂ ਗੋਆ ਦੀ ਗੱਲ ਨਵਜੋਤ ਸਿੰਘ ਸਿੱਧੂ ਕਰਦੇ ਨੇ, ਤਾਂ ਉਹਨਾਂ ਦੇ ਖਜ਼ਾਨੇ ਤਾਂ ਭਰੇ ਨੇ, ਖਜ਼ਾਨੇ ਭਰਪੂਰ ਨੇ ਉਹਨਾਂ ਦੇ, ਪਰ ਸਾਡਾ ਖਜ਼ਾਨਾ ਜਿਹੜਾ ਹੈਗਾ ਉਹ ਬਿਲਕੁਲ ਪਿਛਲੇ ਲੰਬੇ ਸਮੇਂ ਤੋਂ ਖਾਲੀ ਹੁੰਦਾ ਨਜ਼ਰ ਆ ਰਿਹਾ ਹੈ। ਸੋ ਇਸੇ ਕਰਕੇ ਸਾਰੀਆਂ ਸਮੱਸਿਆਵਾਂ ਜਿਹੜੀਆਂ ਆਪਾਂ ਗਿਣਾਈਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਸੋ ਪਹਿਲੀ ਗੱਲ ਜਿਹੜੀ ਬੁਨਿਆਦੀ ਗੱਲ ਬਣਦੀ ਹੈ ਉਹ ਇਹੀ ਬਣਦੀ ਹੈ, ਚੰਨੀ ਸਾਹਿਬ ਦੀ ਕੈਬਨਿਟ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਖਜ਼ਾਨੇ ਨੂੰ ਕਿਵੇਂ ਭਰਿਆ ਜਾਵੇ। ਪੰਜਾਬ ਦੇ ਲੋਕ ਬੜੇ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਨੇ ਖਜ਼ਾਨਾ ਖਾਲੀ ਹੈ, ਪਰ ਉਹ ਖਾਲੀ ਨੂੰ ਭਰੇਗਾ ਕੌਣ? ਬੁਨਿਆਦੀ ਸਵਾਲ ਇਸ ਤੇ ਲਗਾਤਾਰ ਨਵਜੋਤ ਸਿੰਘ ਸਿੱਧੂ ਵੀ ਇਹੀ ਗੱਲਾਂ ਕਹਿੰਦੇ ਆ ਰਿਹਾ ਕਿ ਭਾਈ ਹੁਣ ਖਜ਼ਾਨਾ ਖਾਲੀ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ ਨਾ ਕਹੋ। ਅਸੀਂ ਵੀ ਇਹੀ ਗੱਲ ਕਹਿ ਰਹੇ ਹਾਂ ਕਿ ਭਾਈ ਖਜ਼ਾਨਾ ਖਾਲੀ ਕਰਦੇ ਤੁਸੀਂ ਆ ਨਾ, ਪੰਜਾਬ ਦੇ ਲੋਕ ਤਾਂ ਖਜ਼ਾਨਾ ਭਰਨ ਦੇ ਵਿੱਚ ਲੱਗੇ ਹੋਏ ਨੇ। ਸਵੇਰ ਤੋਂ ਉੱਠ ਜਾਂਦੇ ਨੇ, ਚਾਹ ਤੋਂ ਲੈ ਕੇ ਮਾਚਿਸ ਦੀ ਡੱਬੀ ਤੋਂ ਲੈ ਕੇ ਜਦੋਂ ਗੈਸ ਚਲਾਉਂਦੇ ਜਾਂ ਚੁੱਲ੍ਹਾ ਜਾਲਦੇ ਆ, ਉਦੋਂ ਤੋਂ ਲੈ ਕੇ ਰਾਤ ਦੀ ਰੋਟੀ ਤੱਕ ਸਾਰੀ ਦਿਹਾੜੀ ਪੰਜਾਬ ਦੇ ਲੋਕ ਤਾਂ ਟੈਕਸ ਹੀ ਦਿੰਦੇ ਨੇ। ਤੇ ਖਾਲੀ ਕੌਣ ਕਰਦਾ? ਖਾਲੀ ਤੁਸੀਂ ਕਰਦੇ ਹੋ। ਤੇ ਇਹਦੇ ਵਿੱਚ ਕਸੂਰ ਵੀ ਤੁਹਾਡਾ ਹੀ ਆ, ਫਿਰ ਪੰਜਾਬ ਦੇ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਨਾ। ਔਰ ਦੂਜੇ ਪਾਸੇ ਅਗਲੀ ਖਬਰ ਵਾਲੇ ਪਾਸੇ ਵਧੀਏ ਡਾਕਟਰ ਸਾਹਿਬ ਆਪਾਂ, ਤਾਂ ਜਿਹੜਾ ਰਾਜ ਤਖਤਾ ਪਲਟਣ ਦੀ ਆਪਾਂ ਤਿਆਰੀ ਕਹਿ ਰਹੇ ਹਾਂ, ਜਿਹੜਾ ਆਪਾਂ ਥੰਬਨੇਲ ਲਾਇਆ ਹੋਇਆ, ਉਹਦੇ ਵਿੱਚ ਇਹ ਹੈ ਕਹਿੰਦੇ ਕਿ ਪਾਕਿਸਤਾਨ ਦੀ ਫੌਜ ਜਿਹੜੀ ਅਕਸਰ ਮੰਨੀ ਜਾਂਦੀ ਹੈ ਤਖਤਾ ਪਲਟਣ ਨੂੰ, ਪਹਿਲਾਂ ਵੀ ਕਈ ਤਖਤੇ ਪਲਟ ਚੁੱਕੀ ਹੈ, ਪਹਿਲਾਂ ਵੀ ਕਈ ਪ੍ਰਧਾਨ ਮੰਤਰੀ ਰਾਸ਼ਟਰਪਤੀਆਂ ਨੂੰ ਉਤਾਰ ਕੇ ਆਪਣੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਦਿਖਾ ਚੁੱਕੀ ਆ। ਇੱਕ ਵਾਰ ਫਿਰ ਕਹਿੰਦੇ ਉਹੀ ਮੌਕਾ ਆਉਣ ਵਾਲਾ ਹੈ। ਕਹਿੰਦੇ ਉੱਥੇ ਇਮਰਾਨ ਖਾਨ ਨੂੰ ਬਦਲਣ ਦੀ ਤਿਆਰੀ ਦੇ ਵਿੱਚ ਹੈ, ਤੇ ਫੌਜ ਨੇ ਕਹਿੰਦੇ ਸੱਦਾ ਦੇਤਾ ਨਵਾਜ਼ ਸ਼ਰੀਫ ਨੂੰ ਕਿ ਆ ਜਾਓ ਭਾਈ ਵਾਪਸ, ਤੁਸੀਂ ਕਿ ਇੱਥੇ ਆ ਕੇ ਪਾਕਿਸਤਾਨ ਨੂੰ ਤੁਹਾਡੀ ਜ਼ਰੂਰਤ ਹੈ, ਆ ਕੇ ਇੱਥੇ ਜਿਹੜਾ ਪਾਕਿਸਤਾਨ ਨੂੰ ਸੰਭੋ। ਕਿਵੇਂ ਦੇਖਦੇ ਹੋ ਕਿ ਵਾਕਈ ਹੀ ਇਮਰਾਨ ਖਾਨ ਨੂੰ ਬਦਲਿਆ ਜਾ ਰਿਹਾ ਹੈ, ਫੌਜ ਵਾਕਈ ਹੀ ਤਖਤਾ ਪਲਟਣ ਦੀ ਤਿਆਰੀ ਪੂਰੀ ਕਰ ਚੁੱਕੀ ਹੈ? ਮਾਜਰਾ ਕੀ ਹੈ ਡਾਕਟਰ ਸਾਹਿਬ? ਸੁਖਵਿੰਦਰ ਜੀ ਦੇਖੋ, ਪਾਕਿਸਤਾਨ ਜਦੋਂ ਤੋਂ ਆਜ਼ਾਦ ਹੋਇਆ 47 ਤੋਂ ਬਾਅਦ ਹੁਣ ਤੱਕ ਜਦੋਂ ਅਸੀਂ ਉਹਦਾ ਇਤਿਹਾਸ ਦੇਖਦੇ ਹਾਂ ਤਾਂ ਉਸ ਇਤਿਹਾਸ ਦੇ ਵਿੱਚ ਬਹੁਤ ਵੱਡੇ ਉਤਰਾਅ ਚੜਾਅ ਆਏ ਨੇ। ਖਾਸ ਤੌਰ ਤੇ ਜਿਹੜੀ ਪਾਕਿਸਤਾਨੀ ਫੌਜ ਹੈ ਉਸ ਨੂੰ ਲੈ ਕੇ ਜਿਹੜੀ ਹੈਗੀ ਹੈ ਲਗਾਤਾਰ ਚਿੰਤਾ ਬਣੀ ਰਹਿੰਦੀ ਹੈ, ਔਰ ਲਗਾਤਾਰ ਪਾਕਿਸਤਾਨੀ ਫੌਜ ਜਿਹੜੀ ਹੈਗੀ ਹੈ ਉੱਥੋਂ ਦਾ ਜਿਹੜਾ ਡੈਮੋਕ੍ਰੈਟਿਕ ਢਾਂਚਾ ਹੈ, ਸਿਸਟਮ ਹੈ, ਉਹਦੇ ਉੱਤੇ ਉਹਦਾ ਕੰਟਰੋਲ ਰਿਹਾ ਹੈ, ਪਿਛਲੇ ਲੰਬੇ ਸਮੇਂ ਤੋਂ ਰਿਹਾ ਹੈ। ਔਰ ਇਹੀ ਗੱਲ ਅਸੀਂ ਇਸ ਵੇਲੇ ਨਜ਼ਰ ਆ ਰਹੀ ਹੈ। ਔਰ ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਜਿਹੜੀ ਇਕਨੋਮੀ ਹੈ ਉਹ ਬਹੁਤ ਹੀ ਡਾਵਾਡੋਲ ਦਿਖਾਈ ਦਿੱਤੀ ਹੈ, ਔਰ ਉਹਦੇ ਵਿੱਚ ਉਹਦਾ ਨਤੀਜਾ ਕੀ ਨਿਕਲਿਆ ਕਿ ਉੱਥੋਂ ਦੇ ਜਿਹੜੇ ਐਕਸਟ੍ਰੀਮਿਸਟ ਗਰੁੱਪਸ ਨੇ ਉਹ ਲਗਾਤਾਰ ਹਾਵੀ ਹੁੰਦੇ ਨਜ਼ਰ ਆ ਰਹੇ ਨੇ। ਔਰ ਲੋਕਾਂ ਨੂੰ ਇਹ ਯਕੀਨ ਹੈ ਕਿ ਜਿਹੜੇ ਇਮਰਾਨ ਖਾਨ ਨੇ ਉਹ ਐਕਸਟ੍ਰੀਮਿਸਟਾਂ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੇ ਪੈਰ ਦੇ ਵਿੱਚ ਪੈਰ ਧਰਦੇ ਨਜ਼ਰ ਆਏ ਨੇ। ਔਰ ਇਹ ਗੱਲ ਉੱਥੋਂ ਦੀ ਜਿਹੜੀ ਫੌਜ ਹੈ ਉਸ ਨੂੰ ਉਹ ਗਵਾਰਾ ਨਹੀਂ ਹੈ ਕਿ ਜਿਹੜੇ ਇਮਰਾਨ ਖਾਨ ਨੇ ਉਹ ਸਾਡੇ ਕੰਟਰੋਲ ਦੇ ਵਿੱਚ ਚੱਲਣ, ਨਾ ਕਿ ਦੂਸਰੇ ਹੋਰ ਲੋਕਾਂ ਦੇ ਕੰਟਰੋਲ ਚ ਆਉਣ। ਸੋ ਇਹੀ ਕਾਰਨ ਹੈ, ਇੱਕ ਵੱਡਾ ਕਾਰਨ ਇਹੀ ਹੈ। ਪਹਿਲਾ ਵੱਡਾ ਕਾਰਨ ਤਾਂ ਉੱਥੋਂ ਦੀ ਇਕਨੋਮੀ ਜਿਹੜੀ ਡਗਮਗਾਈ ਹੋਈ ਹੈ, ਔਰ ਪਿਛਲੇ ਲੰਬੇ ਸਮੇਂ ਤੋਂ ਉਧਾਰ ਦੇ ਤੌਰ ਤੇ ਜਿਹੜਾ ਹੈਗਾ ਕਰਜ਼ ਲਿਆ ਜਾ ਰਿਹਾ ਹੈ, ਉਸ ਦੇ ਸਹਾਰੇ ਪਾਕਿਸਤਾਨ ਦੀ ਗਵਰਨਮੈਂਟ ਚੱਲਦੀ ਨਜ਼ਰ ਆਈ ਹੈ। ਉਹਦੇ ਕਰਕੇ ਵੀ ਬਹੁਤ ਵੱਡੀਆਂ ਦਿੱਕਤਾਂ ਨੇ, ਬਹੁਤ ਜ਼ਿਆਦਾ ਮਹਿੰਗਾਈ ਵਧੀ ਹੋਈ ਹੈ ਪਾਕਿਸਤਾਨ ਦੇ ਵਿੱਚ। ਇਸੇ ਤਰ੍ਹਾਂ ਆਪਣੇ ਗਵਾਂਢੀਆਂ ਦੇ ਨਾਲ ਜਿਹੜੇ ਰਿਸ਼ਤੇ ਨੇ ਉਹ ਬਹੁਤੇ ਵਧੀਆ ਸਰਕਾਰ ਦੇ ਨਜ਼ਰ ਨਹੀਂ ਆਏ। ਖਾਸ ਤੌਰ ਤੇ ਚੀਨ ਦੇ ਨਾਲ ਜਿਹੜਾ ਰਿਸ਼ਤਾ ਹੈ ਉਹ ਬਹੁਤ ਵੱਡੀ ਖਟਾਸ ਉਹਦੇ ਚ ਪੈਦਾ ਹੋ ਚੁੱਕੀ ਹੈ। ਇਸੇ ਤਰ੍ਹਾਂ ਸਾਊਦੀ ਅਰਬ ਦੇ ਨਾਲ ਜਿਹੜਾ ਪਾਕਿਸਤਾਨ ਦਾ ਰਿਸ਼ਤਾ ਹੈ ਉਹ ਕੋਈ ਬਹੁਤਾ ਵਧੀਆ ਦਿਖਾਈ ਨਹੀਂ ਦਿੱਤਾ ਪਿਛਲੇ ਦਿਨਾਂ ਦੇ ਵਿੱਚ। ਇਸੇ ਤਰ੍ਹਾਂ ਅਫਗਾਨਿਸਤਾਨ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਰਿਸ਼ਤੇ ਪੈਦਾ ਹੋਏ
ਉਹਦੇ ਨਾਲ ਵੀ ਕਾਫੀ ਜਿਹੜੀਆਂ ਨੇ ਸਮੱਸਿਆਵਾਂ ਆ ਰਹੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕਈ ਪੱਖਾਂ ਤੋਂ, ਚਾਹੇ ਇਕੋਨਮੀ ਦਾ ਪੱਖ ਹੋਵੇ, ਚਾਹੇ ਰਾਜਨੀਤਿਕ ਪੱਖ ਹੋਵੇ, ਚਾਹੇ ਸਮਾਜਿਕ ਪੱਖ ਹੋਵੇ, ਚਾਹੇ ਹੋਰ ਜਿਹੜੇ ਵੱਡੇ ਪੱਖ ਨੇ, ਉਹ ਉੱਥੋਂ ਇਹੀ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡਾ ਫੇਰ ਬਦਲ ਜਿਹੜਾ ਪਾਕਿਸਤਾਨ ਦੀ ਰਾਜਨੀਤੀ ਦੇ ਵਿੱਚ ਹੋ ਸਕਦਾ ਹੈ। ਸੋ ਇਮਰਾਨ ਖਾਨ ਦੀ ਜਗ੍ਹਾ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਫੌਜ ਇਸ ਵੇਲੇ ਜਿਹੜੇ ਪੁਰਾਣੇ ਲੀਡਰਸ਼ਿਪ ਨਹੀਂ ਹੈ ਜਿਹੜੀ ਪਾਕਿਸਤਾਨ ਦੀ, ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਪੈਰਲਲ ਇਹਨਾਂ ਨੂੰ ਖੜਾ ਕਰਨਾ ਚਾਹੁੰਦੀ ਹੈ। ਸੋ ਸੰਭਾਵਨਾਵਾਂ ਇਹੀ ਲੱਗ ਰਹੀਆਂ ਨੇ, ਜੇਕਰ ਸਾਡੇ ਗੁਆਂਢੀ ਮੁਲਕ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਤਾਂ ਉਹਦੇ ਨਾਲ ਮੈਂ ਇਹ ਕਹਿ ਸਕਦਾ ਹਾਂ ਕਿ ਭਾਰਤ ਨੂੰ ਵੀ ਵੱਡਾ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਗੁਆਂਢੀ ਜਿਹੜੇ ਨੇ ਉਹ ਸੁੱਖ ਦੀ ਨੀਂਦ ਹੀ ਸੌਂਦੇ ਨਜ਼ਰ ਆਉਣੇ ਚਾਹੀਦੇ ਨੇ। ਜੇਕਰ ਗੁਆਂਢ ਦੇ ਵਿੱਚ ਕੋਈ ਬਗਾਵਤ ਹੁੰਦੀ ਹੈ ਜਾਂ ਕੋਈ ਫੇਰ ਬਦਲ ਹੁੰਦੀ ਹੈ ਜਾਂ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਉਹਦੇ ਨਾਲ ਪੰਜਾਬ ਨੂੰ ਖਾਸ ਤੌਰ ਤੇ ਔਰ ਭਾਰਤ ਨੂੰ ਵਿਸ਼ੇਸ਼ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਸੱਟਾਂ ਲੱਗਣ ਦੀਆਂ, ਕਾਫੀ ਜਿਹੜੀਆਂ ਨੇ ਸਮੱਸਿਆਵਾਂ ਦੀਆਂ ਸੰਭਾਵਨਾਵਾਂ ਵੀ ਹੋ ਸਕਦੀਆਂ ਨੇ। ਬਦਲਣ ਦੀ ਲੋੜ ਕਿਉਂ ਪੈ ਰਹੀ ਹੈ ਕਿ ਇਮਰਾਨ ਖਾਨ ਦੀ ਕਿਉਂਕਿ ਇਮਰਾਨ ਖਾਨ ਤਾਂ ਚੁਣੇ ਹੋਏ ਲੋਕਾਂ ਦੇ ਪ੍ਰਧਾਨ ਮੰਤਰੀ ਨੇ, ਤੇ ਫਿਰ ਅਜਿਹੀ ਲੋੜ ਫੌਜ ਨੂੰ ਕਿਉਂ ਦਿਖਾਈ ਦੇ ਰਹੀ ਹੈ ਕਿ ਨਵਾਜ਼ ਸ਼ਰੀਫ ਨੂੰ ਬੁਲਾ ਕੇ, ਲੰਡਨ ਦੇ ਵਿੱਚੋਂ ਰਹਿੰਦਿਆਂ ਨੂੰ ਬੁਲਾ ਕੇ ਇੱਥੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਪਾਕਿਸਤਾਨ ਨੂੰ ਆ ਕੇ ਸਾਂਭੋ? ਆਖਿਰ ਗੱਲ ਕੀ ਹੋਈ? ਸੁਖਵਿੰਦਰ ਜੀ ਦੇਖੋ, ਜਦੋਂ ਵੀ ਪਾਕਿਸਤਾਨ ਦੀ ਜਿਹੜੀ ਫੌਜ ਹੈ ਉਹਨੂੰ ਲੱਗਦਾ ਹੈ ਕਿ ਜਿਹੜੀ ਚੁਣੀ ਹੋਈ ਗਵਰਨਮੈਂਟ ਹੈ, ਚਾਹੇ ਇਸ ਤੋਂ ਪਹਿਲਾਂ ਨਵਾਜ਼ ਸ਼ਰੀਫ ਦੀ ਗੱਲ ਹੋਵੇ, ਚਾਹੇ ਇਸ ਤੋਂ ਪਹਿਲਾਂ ਮੈਡਮ ਭੁੱਟੋ ਦੀ ਗੱਲ ਹੋਵੇ, ਉਹਨਾਂ ਦੇ ਅੰਡਰ PPP ਜਿਹੜੀ ਬਣੀ ਸੀਗੀ ਪਾਰਟੀ, ਉਹਨਾਂ ਦੀ ਸੱਤਾ ਆਈ ਸੀਗੀ, ਉਹਨਾਂ ਨੂੰ ਵੀ ਉਹਨਾਂ ਫੌਜ ਨੇ ਹਟਾਇਆ ਸੀਗਾ। ਇਸੇ ਤਰ੍ਹਾਂ ਨਵਾਜ਼ ਸ਼ਰੀਫ ਦੀ ਜਿਹੜੀ ਹੈਗੀ ਚੁਣੀ ਹੋਈ ਸਰਕਾਰ ਨੂੰ ਹਟਾ ਦਿੱਤਾ ਗਿਆ ਸੀਗਾ। ਸੋ ਇਹਦਾ ਕਾਰਨ ਜਿਹੜਾ ਹੈਗਾ, ਵੱਡਾ ਕਾਰਨ ਇਹੀ ਹੈ ਕਿ ਫੌਜ ਇਹ ਚਾਹੁੰਦੀ ਹੈ ਕਿ ਸਾਡੀ ਰਹਿਨੁਮਾਈ ਦੇ ਥੱਲੇ ਹੀ ਜਿਹੜੀ ਲੋਕਤੰਤਰੀ ਜਿਹੜੀ ਸਰਕਾਰ ਹੈ ਉਹ ਚੱਲੇ, ਜਿਵੇਂ ਅਸੀਂ ਚਾਹੁੰਦੇ ਹਾਂ, ਜਿਵੇਂ ਸਰਕਾਰ ਚਾਹੁੰਦੀ ਹੈ, ਜਿਵੇਂ ਉਹ ਬਾਕੀ ਮੁਲਕਾਂ ਦੇ ਨਾਲ, ਚੀਨ ਦੇ ਨਾਲ, ਸਾਊਦੀ ਅਰਬ ਦੇ ਨਾਲ, ਅਫਗਾਨਿਸਤਾਨ ਦੇ ਨਾਲ ਜਾਂ ਹੋਰ ਵੱਖ-ਵੱਖ ਮੁਲਕਾਂ ਦੇ ਨਾਲ ਜਿਹੜੀ ਉਹਨਾਂ ਦੀ ਪੋਲੀਟੀਕਲ ਹੋਂਦ ਹੈ ਉਹ ਸਾਂਝੀ ਕਰਨਾ ਚਾਹੁੰਦੀ ਹੈ, ਤਾਂ ਉਹ ਕਹਿੰਦੀ ਹੈ ਕਿ ਸਾਡੇ ਮੁਤਾਬਕ ਹੋਵੇ, ਨਾ ਕਿ ਸਰਕਾਰ ਦੇ ਮੁਤਾਬਕ ਹੋਵੇ। ਸੋ ਇੱਥੇ ਬਹੁਤ ਵੱਡੀ ਦਿੱਕਤ ਆ ਰਹੀ ਹੈ ਕਿ ਜਿਹੜੀ ਫੌਜ ਹੈ, ਫੌਜ ਆਪਣਾ ਕੰਟਰੋਲ ਛੱਡਣਾ ਨਹੀਂ ਚਾਹੁੰਦੀ। ਫੌਜ ਹਰ ਤਰ੍ਹਾਂ ਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਪਾਕਿਸਤਾਨ ਦੇ ਉੱਤੇ ਕੰਟਰੋਲ ਕਰਨਾ ਚਾਹੁੰਦੀ ਹੈ, ਔਰ ਇਸੇ ਕਰਕੇ ਇਹੀ ਹੈ ਕਿ ਜਿਹੜੀ ਇਹ ਗੁਆਂਢੀ ਮੁਲਕ ਨੇ ਪਾਕਿਸਤਾਨ ਦੇ, ਉਹ ਜਦੋਂ ਵੀ ਉਹਨਾਂ ਨੂੰ ਕੋਈ ਪੈਸਾ ਦਿੰਦੇ ਨੇ, ਕਰਜ਼ ਦਿੰਦੇ ਨੇ, ਤਾਂ ਉਹ ਫੌਜ ਨੂੰ ਦਿੰਦੇ ਨੇ, ਨਾ ਕਿ ਆਮ ਜਿਹੜੇ ਉੱਥੋਂ ਦੀ ਜਿਹੜੀ ਚੁਣੀ ਹੋਈ ਸਰਕਾਰ ਹੈ ਉਸ ਦੇ ਨਾਲ ਸਿੱਧਾ ਸੰਬੰਧ ਰੱਖਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਦੇ ਵਿੱਚ ਸਥਿਤੀ ਜਿਹੜੀ ਹੈਗੀ ਹੈ ਡਾਵਾਡੋਲ ਹੋਣ ਕਰਕੇ ਫੌਜ ਜਿਹੜੀ ਹੈਗੀ ਹੈ ਪੱਕੇ ਤੌਰ ਤੇ ਰਹਿੰਦੀ ਹੈ, ਔਰ ਜਿਹੜੀਆਂ ਸਰਕਾਰਾਂ ਨੇ ਇੱਥੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਸੋ ਇਸ ਕਰਕੇ ਉਹ ਜਿਹੜੀਆਂ ਬਾਕੀ ਮੁਲਕਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਵੀ ਸਿੱਧੇ ਤੌਰ ਤੇ ਫੌਜ ਨਾਲ ਸੰਬੰਧ ਰੱਖਣ ਦੇ ਵਿੱਚ ਚਾਹਵਾਨ ਹੁੰਦੀਆਂ ਨੇ। ਸੋ ਇਹਦਾ ਨਤੀਜਾ ਇਹ ਨਿਕਲਦਾ ਹੈ ਕਿ ਜਿਹੜੀ ਉੱਥੋਂ ਦੀ ਚੁਣੀ ਹੋਈ ਸਰਕਾਰ ਹੁੰਦੀ ਹੈ ਉਹ ਹਮੇਸ਼ਾ ਹੀ ਬੈਕਫੁੱਟ ਤੇ ਚਲੀ ਜਾਂਦੀ ਹੈ। ਸੋ ਇਹੀ ਗੱਲ ਹੁਣ ਇਸ ਵੇਲੇ ਇਮਰਾਨ ਖਾਨ ਦੀ ਨਜ਼ਰ ਆ ਰਹੀ ਹੈ, ਔਰ ਇਮਰਾਨ ਖਾਨ ਕਿਉਂਕਿ ਬਹੁਤ ਸਾਰੇ ਸਮੱਸਿਆਵਾਂ ਦੇ ਵਿੱਚ ਘਿਰੇ ਹੋਏ ਨੇ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮਹਿੰਗਾਈ ਕਰਕੇ ਹਰ ਰੋਜ਼ ਉੱਥੇ ਜੋ ਪ੍ਰਦਰਸ਼ਨ ਹੋ ਰਹੇ ਨੇ, ਇਸੇ ਤਰ੍ਹਾਂ ਜਿਹੜੇ ਉੱਥੋਂ ਦੇ ਗਰਮ ਖਿਆਲੀ ਲੋਕ ਨੇ, ਖਾਸ ਤੌਰ ਤੇ ਜਿਹੜੇ ਕੱਟੜਪੰਥੀ ਲੋਕ ਨੇ, ਉਹ ਵੀ ਨਵੇਂ ਸਿਰੇ ਤੋਂ ਉਭਾਰ ਉਹਨਾਂ ਦਾ ਜਿਹੜਾ ਹੈਗਾ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਜਿਹੜੇ ਬਾਕੀ ਮੁਲਕਾਂ ਦੇ ਨਾਲ ਸੰਬੰਧ ਚੱਲ ਰਹੇ ਸੀਗੇ ਉਹਨਾਂ ਦੇ ਵਿੱਚ ਖਟਾਸ ਨਜ਼ਰ ਆ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੇ ਕਾਰਨ ਨੇ ਜਿਨ੍ਹਾਂ ਕਰਕੇ ਫੌਜ ਜਿਹੜੀ ਹੈਗੀ ਹੈ ਉੱਥੇ ਤਾਕਤਵਰ ਹੋ ਰਹੀ ਹੈ, ਔਰ ਇਮਰਾਨ ਖਾਨ ਦੀ ਜਿਹੜੀ ਪਾਰਟੀ ਹੈ ਜਾਂ ਇਮਰਾਨ ਖਾਨ ਸਾਹਿਬ ਦੀ ਜਿਹੜੀ ਸਰਕਾਰ ਹੈ ਉਹ ਕਿਤੇ ਨਾ ਕਿਤੇ ਬੈਕਫੁੱਟ ਤੇ ਨਜ਼ਰ ਆ ਰਹੀ ਹੈ। ਔਰ ਇਹੀ ਕਾਰਨ ਹੈ ਕਿ ਪਿਛਲੇ ਲਗਭਗ 1 ਮਹੀਨੇ ਤੋਂ ਉੱਥੇ ਹੀ ਜਿਹੜੀ ਹੈਗੀ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਕਿ ਕਿਸੇ ਵੀ ਵੇਲੇ ਜਿਹੜੀ ਪਾਕਿਸਤਾਨ ਦੀ ਸਰਕਾਰ ਹੈ ਉਹ ਡਿੱਗ ਸਕਦੀ ਹੈ, ਜਾਂ ਉਸ ਨੂੰ ਨਵਾਂ ਜਿਹੜਾ ਹੈਗਾ ਪ੍ਰਧਾਨ ਮੰਤਰੀ ਮਿਲ ਸਕਦਾ ਹੈ, ਜਾਂ ਨਵਾਂ ਫੌਜੀ ਰਾਜ ਜਿਹੜਾ ਹੈਗਾ ਉੱਥੇ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀਆਂ ਤਿੰਨੋਂ ਤਰ੍ਹਾਂ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਇਸ ਵੇਲੇ ਸੁਖਿੰਦਰ ਜੀ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।